ਅੱਜ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ 4th ਸੈਮ ਦਾ ਇਹ ਵਾਲੀ ਬੁੱਕ ਕਰਨ ਲੱਗੇ ਹਾਂ ਦਾ ਚੈਪਟਰ ਨੰਬਰ 4 ਲੈਪਲਸ ਟਰਾਂਸਫਾਰਮ। ਇਹਦੀ ਆਪਾਂ ਪਹਿਲਾਂ ਥਿਊਰਮਸ ਕਰਾਂਗੇ ਐਂਡ ਦੈਨ ਕੁਐਸਚਨਸ ਕਰਾਂਗੇ। ਥਿਊਰਮ 1 ਐਗਜ਼ਿਸਟੈਂਸ ਆਫ ਲੈਪਲਸ ਟਰਾਂਸਫਾਰਮ। ਇਹ ਆਪਾਂ ਨੂੰ ਇੱਦਾਂ ਵੀ ਆ ਸਕਦੀ ਹੈ ਕਿ ਕਹਿ ਸਕਦੇ ਕਿ ਐਗਜ਼ਿਸਟੈਂਸ ਆਫ ਲੈਪਲਸ ਟਰਾਂਸਫਾਰਮ ਜਾਂ ਫਿਰ ਇਹਨਾਂ ਦੀ ਸਟੇਟਮੈਂਟ ਦਿੱਤੀ ਆ ਸਕਦੀ ਅਤੇ ਆਪਾਂ ਆਹ ਪ੍ਰੂਫ ਕਰਾਂਗੇ। ਚਲੋ ਆਪਾਂ ਨੂੰ ਦੋ ਤਰੀਕੇ ਨਾਲ ਪੁੱਛ ਸਕਦੇ, ਬਹੁਤ ਜ਼ਿਆਦਾ ਗਾਈਜ਼ ਇੰਪੋਰਟੈਂਟ ਹੈ ਇਹ ਵਾਲੀ ਥਿਊਰਮ। ਸੋ ਆਪਾਂ ਸਟਾਰਟ ਕਰਦੇ ਹਾਂ। ਐਗਜ਼ਿਸਟੈਂਸ ਆਫ ਲੈਪਲਸ ਟਰਾਂਸਫਾਰਮ ਇਫ ਐਫ ਟੀ ਇਜ਼ ਅ ਫੰਕਸ਼ਨ ਆਫ ਕਲਾਸ ਏ। ਕਹਿੰਦੇ ਜਿਹੜਾ ਐਫ ਟੀ ਫੰਕਸ਼ਨ ਹੈਗਾ ਉਹ ਕਲਾਸ ਏ ਦਾ ਹੈਗਾ, ਦੈਨ ਲੈਪਲਸ ਟਰਾਂਸਫਾਰਮ ਐਫ ਟੀ ਕੀ ਕਰ ਰਹੀ ਹੈ, ਐਗਜ਼ਿਸਟ ਕਰ ਰਹੀ ਹੈ। ਟਰਾਂਸਫਾਰਮ ਦੇ ਵਿੱਚ ਕੀ ਕਰ ਰਹੀ ਹੈ, ਐਫ ਟੀ ਐਗਜ਼ਿਸਟ ਕਰ ਰਹੀ ਹੈ। ਇਫ ਐਫ ਟੀ ਇਜ਼ ਅ ਪੀਸਵਾਈਜ਼ ਕੰਟੀਨਿਊਸ ਇਨ ਐਵਰੀ ਫਾਈਨਾਈਟ ਇੰਟਰਵਲ। ਕਹਿੰਦੇ ਜਿਹੜਾ ਐਫ ਟੀ ਹੈਗਾ ਫੰਕਸ਼ਨ ਹੈ ਜਿਹੜਾ ਪੀਸਵਾਈਜ਼ ਕੰਟੀਨਿਊਸ ਇਨ ਐਵਰੀ ਹਰ ਇੱਕ ਫਾਈਨਾਈਟ ਇੰਟਰਵਲ ਦੇ ਵਿੱਚ ਕੀ ਹੈਗਾ, ਇਹ ਕੰਟੀਨਿਊਸ ਹੈਗਾ, ਐਗਜ਼ਿਸਟ ਕਰਦਾ। ਐਂਡ ਜਿਹੜੀ ਉਹਦੀ ਐਕਸਪੋਨੈਂਸ਼ੀਅਲ ਆਰਡਰ ਹੈ ਗਾਮਾ ਐਸ ਟੀ ਅਪਰੋਚਿਸ ਟੂ ਇਨਫਿਨਿਟੀ, ਇਹਦੀ ਗਾਮਾ ਦੀ ਮਤਲਬ ਹੈਗੀ ਐਸ ਟੀ ਅਪਰੋਚਿਸ ਟੂ ਇਨਫਿਨਿਟੀ, ਦੈਨ ਲੈਪਲਸ ਟਰਾਂਸਫਾਰਮ ਆਫ ਐਫ ਟੀ ਐਗਜ਼ਿਸਟ ਫॉर ਆਲ। ਕਹਿੰਦੇ ਜਿਹੜੀ ਲੈਪਲਸ ਟਰਾਂਸਫਾਰਮ ਆਫ ਐਫ ਟੀ ਹੈ ਹਰ ਇੱਕ ਤੇ ਐਸ ਗ੍ਰੇਟਰ ਦੈਨ ਗਾਮਾ ਦੇ ਵਿੱਚ ਐਗਜ਼ਿਸਟ ਕਰ ਰਹੀ ਹੈ। ਪ੍ਰੂਫ ਕਰਨ ਲੱਗੇ ਹਾਂ ਜੀ। ਵੀ ਹੈਵ ਲੈਪਲਸ ਆਫ ਐਫ ਟੀ ਇਕੁਅਲਸ ਟੂ ਐਫ ਆਫ ਐਸ। ਹੁਣ ਲੈਪਲਸ ਨੂੰ ਲਿਖਣ ਦਾ ਤਰੀਕਾ ਹੈ ਜੀ 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ। ਜਦੋਂ ਵੀ ਆਪਾਂ ਲੈਪਲਸ ਲਿਖਾਂਗੇ ਉਹਨੂੰ ਇੰਟੀਗ੍ਰੇਸ਼ਨ 'ਚ ਪਾਉਣਾ ਹੈ ਤਾਂ 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਐਫ ਟੀ ਡੀ ਟੀ ਲਗਾਵਾਂਗੇ। ਫਿਰ ਆਪਾਂ ਇੰਟੈਗਰਲ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਤਾ, 0 ਟੂ ਟੀ ਨੋਟ ਈ ਮਾਈਨਸ ਐਸ ਟੀ ਐਫ ਟੀ ਡੀ ਟੀ ਪਲਸ ਟੀ ਨੋਟ ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਸਿੰਸ ਐਫ ਟੀ ਇਜ਼ ਅ ਕੰਟੀਨਿਊਸ ਫੰਕਸ਼ਨ, ਆਪਾਂ ਨੂੰ ਪਤਾ ਹੈ ਕਿ ਆਪਾਂ ਲੈਟ ਕੀਤਾ ਹੈਗਾ ਕਿ ਇਫ ਐਫ ਟੀ ਕੰਟੀਨਿਊਸ ਇਨ ਐਵਰੀ ਫਾਈਨਾਈਟ ਇੰਟਰਵਲ ਦੇਅਰਫੋਰ ਦਾ ਫਸਟ ਇੰਟੈਗਰਲ ਔਨ ਰਾਈਟ ਹੈਂਡ ਸਾਈਡ ਆਫ 1 ਐਗਜ਼ਿਸਟ। ਕਹਿੰਦੇ ਕਿ ਜਿਹੜਾ ਰਾਈਟ ਹੈਂਡ ਸਾਈਡ ਦਾ ਇੰਟੈਗਰਲ ਆਪਾਂ ਕਿ ਐਗਜ਼ਿਸਟ ਕਰ ਰਿਹਾ, ਹੁਣ ਆਪਾਂ ਨੂੰ ਸੋਲਵ ਕਰਾਂਗੇ। ਠੀਕ ਹੈ ਜੀ। ਨਾਓ ਐਫ ਟੀ ਇਜ਼ ਆਫ ਐਕਸਪੋਨੈਂਸ਼ੀਅਲ ਆਰਡਰ ਐਜ਼ ਗਾਮਾ, ਗਾਮਾ ਐਸ ਟੀ ਅਪਰੋਚਿਸ ਟੂ ਇਨਫਿਨਿਟੀ। ਐਫ ਆਫ ਟੀ ਦਾ ਮੋਡ ਲੈਣਾ, ਯਾਦ ਰੱਖਿਓ ਕਿ ਮੋਡ ਜ਼ਰੂਰੀ ਹੈ, ਲੈਸ ਦੈਨ ਐਮ ਈ ਗਾਮਾ ਟੀ। ਫਿਰ ਆਪ ਆ ਕੇ ਟੀ ਗ੍ਰੇਟਰ ਦੈਨ ਔਰ ਇਕੁਅਲਸ ਟੂ ਕੀ ਹੈ, ਟੀ ਨੋਟ ਹੈ। ਫਿਰ ਆਪਾਂ ਇਹਨੂੰ ਆਪਾਂ ਟੇਕ ਕਰਕੇ ਇਹਨੂੰ ਲਵਾਂਗੇ ਟੀ ਨੋਟ ਟੂ ਇਨਫਿਨਿਟੀ ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਫਿਰ ਆਂਦਾ ਕੀ ਹੈ, ਲੈਸ ਦੈਨ ਔਰ ਇਕੁਅਲ ਟੂ ਟੀ ਨੋਟ ਟੂ ਇਨਫਿਨਿਟੀ। ਫਿਰ ਮੋਡ ਨੂੰ ਆਪਾਂ ਅੱਧਾ ਕਰ ਦਾਂਗੇ, ਉਹੀ ਆਪਣੀਆਂ ਜਿਹੜੀ ਸੈਮ 1 ਦੇ ਵਿੱਚ ਪ੍ਰੋਪਰਟੀਜ਼ ਹੁੰਦੀਆਂ ਹੈਗੀਆਂ ਰੀਅਲ ਨੰਬਰ ਦੀਆਂ ਉਹ ਯੂਜ਼ ਹੋਈਆਂ, ਇਹਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਫਿਰ ਇਕੁਅਲਸ ਟੂ ਟੀ ਨੋਟ ਟੂ ਇਨਫਿਨਿਟੀ ਦੀ ਮਾਈਨਸ ਐਸ ਟੀ, ਫਿਰ ਨਾਲ ਐਫ ਟੀ ਦਾ ਮੋਡ ਡੀ ਟੀ। ਫਿਰ ਲੈਸ ਦੈਨ ਔਰ ਇਕੁਅਲ ਟੂ ਟੀ ਨੋਟ ਇਨਫਿਨਿਟੀ ਇਹਦੀ ਮਾਈਨਸ ਐਸ ਟੀ ਐਮ ਈ ਗਾਮਾ ਟੀ। ਐਮ ਨੂੰ ਬਾਹਰ ਕੱਢ ਦਾਂਗੇ, ਇਹ ਆਪਾਂ ਸੋਲਵ ਕਰ ਲਾਂਗੇ, ਇਹਦੀ ਮਾਈਨਸ ਐਸ ਟੀ ਗਾਮਾ ਤਾਂ ਮਾਈਨਸ ਬਾਹਰ ਕੱਢ ਕੇ ਐਸ ਮਾਈਨਸ ਗਾਮਾ ਇੰਟੂ ਟੀ ਡੀ ਟੀ। ਆਪਾਂ ਇਹਦੀ ਇੰਟੀਗ੍ਰੇਸ਼ਨ ਕਰ ਦਾਂਗੇ, ਇੰਟੀਗ੍ਰੇਸ਼ਨ ਕਰਕੇ ਆਪਾਂ ਇਹਦੀ ਵੈਲਿਊਜ਼ ਪੁੱਟ ਕਰ ਦਾਂਗੇ। ਟੀ ਨੋਟ ਤੱਕ ਹੈ ਇਫ ਐਸ ਗ੍ਰੇਟਰ ਦੈਨ ਗਾਮਾ, ਤਾਂ ਦ ਸੈਕਿੰਡ ਇੰਟੈਗਰਲ ਇਨ ਰਾਈਟ ਹੈਂਡ ਸਾਈਡ ਉਹ ਵੀ ਐਗਜ਼ਿਸਟ ਕਰੇਗਾ। ਸੈਕਿੰਡ ਇੰਟੈਗਰਲ ਆ ਵਾਲਾ ਰਾਈਟ ਹੈਂਡ ਸਾਈਡ ਦਾ ਉਹ ਵੀ ਐਗਜ਼ਿਸਟ ਕਰੇਗਾ। ਹੈਂਸ ਲੈਪਲਸ ਆਫ ਐਫ ਟੀ ਐਗਜ਼ਿਸਟ ਫॉर ਐਲ ਆਲ ਐਸ ਗ੍ਰੇਟਰ ਦੈਨ ਗਾਮਾ। ਹਾਂਜੀ, ਸੈਕਿੰਡ ਆਪਣੀ ਇੱਕ ਹੈਗੀ ਹੈ ਥਿਊਰਮ, ਲੀਨੀਅਰਟੀ ਪ੍ਰੋਪਰਟੀ ਵੀ ਇੰਪੋਰਟੈਂਟ ਹੈ, ਵੀ ਕਰ ਲੈਂਦੇ ਹਾਂ। ਥਿਊਰਮ 2 ਲੈਪਲਸ ਐਫ ਵਨ ਟੀ ਐਂਡ ਲੈਪਲਸ ਐਫ ਟੂ ਟੀ ਐਗਜ਼ਿਸਟ ਫॉर ਐਂਡ ਸੀ ਵਨ ਐਂਡ ਸੀ ਟੂ ਆਰ ਐਨੀ ਕੌਨਸਟੈਂਟ, ਦੈਨ ਲੈਪਲਸ ਆਫ ਸੀ ਵਨ ਐਫ ਵਨ ਟੀ ਪਲਸ ਸੀ ਟੂ ਐਫ ਟੂ ਟੀ ਇਕੁਅਲਸ ਟੂ ਸੀ ਵਨ ਲੈਪਲਸ ਆਫ ਐਫ ਵਨ ਟੀ ਪਲਸ ਸੀ ਟੂ ਲੈਪਲਸ ਆਫ ਐਫ ਟੂ ਟੀ। ਪ੍ਰੂਫ ਲੈਟ ਲੈਪਲਸ ਆਫ ਐਫ ਵਨ ਟੀ ਨੂੰ ਆਪਾਂ ਲਿਖਦੇ ਹੈਗੇ ਆ, ਆਪਾਂ ਨੂੰ ਪਤਾ ਕਿ ਐਫ ਟੀ ਦੀ ਲੈਪਲਸ ਆਪਾਂ ਪਿੱਛੇ ਵੀ ਕੀਤਾ ਸੀ, ਐਫ ਐਸ ਹੁੰਦੀ ਹੈ। ਇੱਥੇ ਆਪਾਂ ਲਿਖਾਂਗੇ ਐਫ ਦੀ ਜਗ੍ਹਾ ਤੇ ਐਫ ਵਨ ਹੈ, ਇੱਥੇ ਆਪਾਂ ਲਿਖ ਦਾਂਗੇ ਐਫ ਵਨ ਐਸ। ਲੈਪਲਸ ਨੂੰ ਖੋਲ੍ਹਣ ਦਾ ਫਾਰਮੂਲਾ ਕੀ ਸੀ ਜੀ, 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਲਗਾਉਣਾ ਹੈਗਾ। ਲੈਪਲਸ ਕਿੰਦੀ ਕਰ ਰਹੇ ਹਾਂ ਆਪਾਂ, ਐਫ ਵਨ ਟੀ ਦੀ, ਤੇ ਐਫ ਵਨ ਟੀ 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 ਲਗਾ ਦਾਂਗੇ। ਸਿਮਿਲਰਲੀ ਸੈਕਿੰਡ ਵਾਲਾ ਵੀ ਐਵੇਂ ਹੋ ਜਾਏਗਾ, ਐਫ ਟੂ ਟੀ 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਐਫ ਟੂ ਟੀ ਡੀ ਟੀ। ਠੀਕ ਹੈ ਜੀ। ਫਿਰ ਆਪਾਂ ਲੈਪਲਸ ਦੋਵਾਂ ਦੀ ਇਕੱਠਿਆਂ ਦੀ ਕਰਾਂਗੇ, ਕੌਨਸਟੈਂਟ ਪਾ ਦੇਣੀ ਹੈ ਸੀ ਵਨ ਐਫ ਵਨ ਟੀ। ਲੈਪਲਸ ਦਾ ਫਾਰਮੂਲਾ ਕੀ ਹੈ, ਲੈਪਲਸ ਨੂੰ ਕਿਵੇਂ ਲਿਖਦੇ, 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਇੰਟੀਗ੍ਰੇਸ਼ਨ 'ਚ। ਫਿਰ ਆਹ ਵਾਲੀ ਸਾਰੀ ਇਕੁਏਸ਼ਨ ਲਿਖ ਦੇਣੀ ਦੇਖਤੀ। ਫਿਰ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰ ਲੈਣਾ, 0 ਟੂ ਇਨਫਿਨਿਟੀ 0 ਟੂ ਇਨਫਿਨਿਟੀ ਕੌਨਸਟੈਂਟ ਆਪਾਂ ਪਤਾ ਹੈ ਕਿ ਇੰਟੀਗ੍ਰੇਸ਼ਨ ਦੇ ਵਿੱਚ ਬਾਹਰ ਆ ਜਾਂਦੇ, ਉਹ ਲਿਖ ਲੈਣਾ, ਜਰਨਲਾਈਜੇਸ਼ਨ ਕਰਕੇ ਲਿਖ ਦੇਣਾ। ਨੈਕਸਟ ਆਪਣੀ ਥਿਊਰਮ ਇੰਪੋਰਟੈਂਟ ਹੈ ਵਾਲੀ ਹੈਗੀ ਯੂ ਟੀ ਮਾਈਨਸ ਏ ਵਾਲੀ ਈ ਦੀ ਏ ਐਸ ਅਪੋਨ ਐਸ ਵੇਅਰ ਯੂ ਟੀ ਮਾਈਨਸ ਏ ਇਜ਼ ਅ ਯੂਨਿਟ ਸਟੈਪ ਫੰਕਸ਼ਨ। ਗਾਈਜ਼ ਇਹ ਆਪਾਂ ਨੂੰ ਐਵੇਂ ਵੀ ਪੁੱਛ ਸਕਦੇ ਕਿ ਯੂਨਿਟ ਸਟੈਪ ਫੰਕਸ਼ਨ ਦੱਸੋ ਜਾਂ ਹੀਪ ਸਾਈਡ ਫੰਕਸ਼ਨ ਦੱਸੋ, ਕਿ ਜਾਂ ਫਿਰ ਆਪਾਂ ਨੂੰ ਆ ਸਾਰੀ ਥਿਊਰਮ ਦੇ ਸਕਦੇ ਅਤੇ ਆਪਾਂ ਇਹਨੂੰ ਸੋਲਵ ਕਰਨਾ ਹੋਏਗਾ। ਯੂ ਟੀ ਮਾਈਨਸ ਏ ਆਪਣੀ ਆ ਇੰਟੈਗਰਲ ਹੈ 0 ਟੂ 1 ਟੀ ਲੈਸ ਦੈਨ ਏ ਟੀ ਗ੍ਰੇਟਰ ਦੈਨ ਏ। ਲੈਪਲਸ ਲਿਖ ਲੈਣੀ ਹੈ, ਲੈਪਲਸ ਨੂੰ ਲਿਖਣ ਦਾ ਫਾਰਮੂਲਾ ਯੂ ਟੀ ਮਾਈਨਸ ਏ, ਫਿਰ ਉਹੀ 0 ਟੂ ਇਨਫਿਨਿਟੀ ਦੀ ਮਾਈਨਸ ਐਸ ਟੀ ਯੂ ਟੀ ਮਾਈਨਸ ਏ ਟੂ ਡੀ ਟੀ। ਠੀਕ ਹੈ ਜੀ। ਫਿਰ ਆਪਾਂ ਇਹਨੂੰ ਕਿਹਦੇ 'ਚ ਕੀਤਾ ਹੋਇਆ, ਟੀ ਲੈਸ ਦੈਨ ਏ ਹੈ, 0 ਟੂ ਏ ਲਵਾਂਗੇ, ਫਿਰ ਇੱਕ ਲਵਾਂਗੇ ਅਗਲਾ ਇੰਟੈਗਰਲ ਲਵਾਂਗੇ, ਇਹਨੂੰ ਡਿਵਾਈਡ ਕਰ ਦੇਣਾ ਉਹਨੇ ਏ ਟੂ ਇਨਫਿਨਿਟੀ ਦੇ ਵਿੱਚ, ਦੋ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ।
ਤੇ ਫਸਟ ਦੀ ਜਿਵੇਂ ਕਿ 0 ਟੂ a ਦੇ ਵਿੱਚ ਕਿੰਨੀ ਹੈਗੀ ਹੈ 0 ਵੈਲਿਊ ਪੁੱਟ ਕਰ ਦਾਂਗੇ। ਇੱਧਰ ਆਪਣੇ t ਗ੍ਰੇਟਰ ਦੈਨ a ਟੂ ਇਨਫਿਨਿਟੀ ਮਤਲਬ ਕਿ ਇਹਦੀ ਵੈਲਿਊ 1 ਹੈਗੀ ਆ ਪੁੱਟ ਕਰ ਦਾਂਗੇ। ਪੁੱਟ ਕਰਕੇ ਆਪਾਂ ਇੰਟੀਗ੍ਰੇਸ਼ਨ ਕੀਤੀ ਆ 0 ਹੋ ਜਾਏਗਾ। ਇਹਦੀ ਆਪਾਂ ਇੰਟੀਗ੍ਰੇਸ਼ਨ ਕਰ ਦਾਂਗੇ। ਇਹਦੀ ਆਪਾਂ ਵੈਲਿਊਜ਼ ਪੁੱਟ ਕੀਤੀ ਹੈ। ਜਦੋਂ e ਦੀ ਇਨਫਿਨਿਟੀ ਗਾਈਜ਼ ਯਾਦ ਰੱਖਿਓ ਕਿ 0 ਹੁੰਦੀ ਹੈਗੀ ਹੈ। ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਆਪਣੀ ਆ ਚੀਜ਼ ਬਣ ਜਾਏਗੀ। ਹਾਂਜੀ ਆ ਵੀ ਬਹੁਤ ਇੰਪੋਰਟੈਂਟ ਥਿਊਰਮ ਹੈਗੀ ਹੈ। ਲੈਪਲਸ ਆਫ ਡੈਲਟਾ ਟੀ ਇਕੁਅਲਸ ਟੂ 1 ਆਪਾਂ ਪ੍ਰੂਵ ਕਰਨੀ ਆ ਚੀਜ਼। ਆਪਾਂ ਨੂੰ ਆ ਚੀਜ਼ ਦਿੱਤੀ ਵੀ ਹੋ ਸਕਦੀ ਹੈ ਜਾਂ ਪੁੱਤ ਕਹਿ ਸਕਦੇ ਕਿ ਯੂਨਿਟ ਇੰਪਲਸ ਫੰਕਸ਼ਨ ਦੀ ਥਿਊਰਮ ਕਰੋ ਜਾਂ ਡਾਇਰੈਕਟ ਡੈਲਟਾ ਫੰਕਸ਼ਨ। ਆਪਾਂ ਨੂੰ ਆ ਚੀਜ਼ ਯਾਦ ਹੋਣੀ ਚਾਹੀਦੀ ਹੈ। ਸੋ ਆ ਥਿਊਰਮ ਜੇ ਆਪਾਂ ਨੂੰ ਆ ਚੀਜ਼ ਪੁੱਛੀ ਹੈ ਤਾਂ ਆਪਾਂ ਥਿਊਰਮ ਦੀ ਸਟੇਟਮੈਂਟ ਜ਼ਰੂਰ ਲਿਖਾਂਗੇ, ਨਹੀਂ ਤਾਂ 1 ਮਾਰਕ ਕੱਟ ਹੋ ਜਾਏਗਾ। ਲਿਮਿਟ ਅਪਸਾਈਲਨ ਅਪਰੋਚਿਸ ਟੂ 0 ਡੈਲਟਾ ਅਪਸਾਈਲਨ ਟੀ ਦੀ ਵੈਲਿਊ ਆਪਣੀ ਆ ਵਾਲੀ ਹੈਗੀ ਹੈ 1/ਐਪਸਾਈਲਨ 0 ਟੂ ਟੀ। ਇਹਨੂੰ ਆਪਾਂ ਲਿਖ ਕੇ 0 ਟੂ ਲੈਪਲਸ ਡੈਲਟਾ ਅਪਸਾਈਲਨ ਟੀ ਇੰਟੂ 0 ਟੂ ਇਨਫਿਨਿਟੀ e ਦੀ ਮਾਈਨਸ ਐਸ ਟੀ। ਇਹਦੀ ਜਗ੍ਹਾ 'ਤੇ ਫਿਰ ਆਪਾਂ ਲਿਖਾਂਗੇ ਡੈਲਟਾ ਅਪਸਾਈਲਨ ਟੀ ਡੀ ਟੀ। ਠੀਕ ਹੈ। ਫਿਰ ਇਹਨੂੰ ਆਪਾਂ ਤੋੜਿਆ ਕਿੰਨੇ ਵਿੱਚ ਹੈ 2 ਇੰਟੈਗਰਲ 'ਚ ਤੋੜੀ ਦਾ ਹੁੰਦਾ ਹਰ ਥਿਊਰਮ 'ਚ ਦੱਸਿਆ। 0 ਟੂ ਅਪਸਾਈਲਨ e ਦੀ ਮਾਈਨਸ ਐਸ ਟੀ ਲੈਪਲਸ ਦੀ ਜਗ੍ਹਾ 1/ਐਪਸਾਈਲਨ ਡੀ ਟੀ ਪਲੱਸ ਅਪਸਾਈਲਨ ਟੂ ਇਨਫਿਨਿਟੀ e ਦੀ ਮਾਈਨਸ ਐਸ ਟੀ 0 ਡੀ ਟੀ। ਹੁਣ ਜਿਹੜਾ 1/ਐਪਸਾਈਲਨ ਹੈ ਕੌਨਸਟੈਂਟ ਆਪਾਂ ਬਾਹਰ ਕੱਢ ਲਾਂਗੇ। ਇਹਦੀ ਆਪਾਂ ਇੰਟੀਗ੍ਰੇਸ਼ਨ ਕਰ ਲਾਂਗੇ। ਆਹ ਆਪਣੀ ਟਰਮ ਵੈਸੇ ਹੀ 0 ਹੋ ਜਾਏਗੀ। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਆਪਣੀ ਆ ਚੀਜ਼ ਬਣ ਜਾਏਗੀ ਆਟੋਮੈਟਿਕਲੀ। ਹੁਣ ਉਹਨਾਂ ਨੇ ਕਹਿਣਾ ਕੀ ਹੈ ਕਿ ਲਿਮਿਟ ਅਪਸਾਈਲਨ ਅਪਰੋਚਿਸ ਟੂ 0 ਆਪਾਂ ਆਹ ਵਾਲੀ ਲੈਪਲਸ ਕੱਢ ਲਈ ਹੈਗੀ ਆ। ਉਹਦੀ ਜਗ੍ਹਾ 'ਤੇ ਆਪਾਂ ਪੁੱਟ ਕਰ ਦੇਣੀ ਲਿਮਿਟ ਅਪਸਾਈਲਨ ਅਪਰੋਚਿਸ। ਗਾਈਜ਼ ਆਪਾਂ ਨੂੰ ਯਾਦ ਹੋਏਗਾ ਕਿ ਲਿਮਿਟ ਅਪਸਾਈਲਨ ਅਪਰੋਚਿਸ ਟੂ 0 ਹੋਵੇ ਅਤੇ ਆਪਣੀ ਆ ਡੈਰੀਵੇਟਿਵ ਬੰਦੇ ਹੁਣ ਆਪਾਂ ਐਲ ਹੋਸਪੀਟਲ ਰੂਲ ਲਾ ਲੈਂਦੇ ਉੱਪਰ ਵੀ ਡੈਰੀਵੇਟਿਵ ਹੋ ਜਾਏਗਾ ਅਤੇ ਨੀਚੇ ਵੀ ਡੈਰੀਵੇਟਿਵ ਹੋ ਜਾਏਗਾ। ਫਿਰ ਆਪਾਂ ਇਹਨੂੰ ਕੱਟ ਕਰ ਦਾਂਗੇ ਐਸ ਅਪਸਾਈਲਨ। ਜਦੋਂ ਆਪਾਂ e ਦੀ 0 ਹੁੰਦੀ ਹੈ e ਦੀ 0 ਕਿਸੇ ਵੀ ਪਾਵਰ ਦੀ 0 ਕਰਦੇ ਆ ਅਤੇ ਆਨਸਰ ਕਿੰਨਾ ਆਉਂਦਾ ਹੁੰਦਾ ਨਾ 1 ਆਉਂਦਾ ਹੁੰਦਾ। ਅਗਲੀ ਆਪਣੀ ਥਿਊਰਮ ਥਰਡ ਹੈਗੀ ਹੈ ਇਫ ਐਫ ਟੀ ਇਜ਼ ਅ ਪੀਰੀਓਡਿਕ ਫੰਕਸ਼ਨ ਵਿਦ ਪੀਰੀਅਡ ਓਮੇਗਾ। ਇਹਦਾ ਪੀਰੀਓਡਿਕ ਫੰਕਸ਼ਨ ਹੁੰਦਾ ਪੀਰੀਅਡ ਕਿੰਨਾ ਓਮੇਗਾ ਦੈਨ ਆਪਾਂ ਚੀਜ਼ ਪ੍ਰੂਵ ਕਰਨੀ ਹੈ। ਲੈਪਲਸ ਆਫ ਐਫ ਟੀ 1 ਮਾਈਨਸ 1 ਅਪੋਨ 1 ਮਾਈਨਸ e ਦੀ ਮਾਈਨਸ ਐਸ ਓਮੇਗਾ 0 ਟੂ ਓਮੇਗਾ e ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਲੈਪਲਸ ਆਫ ਐਫ ਟੀ 0 ਟੂ ਇਨਫਿਨਿਟੀ ਲੈਪਲਸ ਆਫ ਐਫ ਟੀ e ਦੀ ਮਾਈਨਸ ਐਸ ਟੀ ਐਫ ਟੀ ਡੀ ਟੀ ਲਿਖ ਲਿਆ। ਹੁਣ ਆਪਾਂ ਇਹਨੂੰ ਕਿੰਨੇ 'ਚ ਕਰਨਾ ਪੀਰੀਅਡਸ ਦੇ ਵਿੱਚ ਕਨਵਰਟ ਕਰਨਾ ਮਤਲਬ ਇਹਨੂੰ ਬ੍ਰੇਕ ਕਰਨਾ। 0 ਟੂ ਇਨਫਿਨਿਟੀ ਨੂੰ ਕਿਵੇਂ ਬ੍ਰੇਕ ਕਰਾਂਗੇ ਆਪਣਾ ਪੀਰੀਅਡ ਆਪਣਾ ਓਮੇਗਾ 0 ਟੂ ਓਮੇਗਾ e ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਸਿਮਿਲਰਲੀ ਓਮੇਗਾ ਟੂ 2 ਓਮੇਗਾ 2 ਓਮੇਗਾ ਟੂ 3 ਓਮੇਗਾ ਐਂਡ ਸੋ ਔਨ। ਹਾਂਜੀ ਜਦੋਂ ਆਪਣੇ ਇੰਨੇ ਜ਼ਿਆਦਾ ਪਲੱਸ ਹੁਣ ਆਪਾਂ ਕੀ ਪਾ ਦਈਏ ਜੇ ਕੰਟੀਨਿਊਸ ਸਾਰਾ ਕੁਝ ਚੱਲ ਰਿਹਾ ਤਾਂ ਆਪਾਂ ਕੀ ਲੈਣੇ ਹੁੰਦੇ ਸਮੀਸ਼ਨ ਲੈਣੇ ਹੁੰਦੇ ਹਾਂ। ਸਮੀਸ਼ਨ ਇਨਫਿਨਿਟੀ n ਦੀ ਵੈਲਿਊ 0 ਆਪਾਂ ਨੂੰ ਪਤਾ ਕਿ 0 ਟੂ ਓਮੇਗਾ ਮਤਲਬ ਕੀ ਕਵਾਂਗੇ ਕਿ ਇੱਥੇ ਜੇ ਆਪਾਂ n ਦੀ ਵੈਲਿਊ 0 ਪੁੱਟ ਕਰੀਏ ਤਾਂ 0 ਇੰਟੂ ਓਮੇਗਾ ਬਣ ਗਿਆ। ਇਹਦੀ ਜਗ੍ਹਾ 'ਤੇ 1 ਪੁੱਟ ਕਰ ਦਈਏ ਤਾਂ ਆਪਣੀ ਕੀ ਹੈ ਕਿ ਓਮੇਗਾ ਟੂ 2 ਓਮੇਗਾ ਸੋ n ਓਮੇਗਾ ਇੰਟੂ n ਪਲੱਸ 1 ਓਮੇਗਾ e ਦੀ ਮਾਈਨਸ ਐਸ ਟੀ ਐਫ ਟੀ ਡੀ ਟੀ ਆ ਗਿਆ। ਕਲੀਅਰ ਹੈ ਜੀ। ਹੁਣ ਇਹਦੇ ਵਿੱਚ ਆ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟੀ ਦੀ ਵੈਲਿਊ ਆਪਾਂ ਪੁੱਟ ਕਰਾਂਗੇ x ਪਲੱਸ n ਓਮੇਗਾ। ਜਿੱਥੇ ਜਿੱਥੇ ਟੀ ਹੋਏਗਾ ਉੱਥੇ ਉੱਥੇ ਆਪਾਂ ਪੁੱਟ ਕਰ ਦਾਂਗੇ। ਪੁੱਟ ਕਰਤਾ ਆਪਾਂ ਪੁੱਟ ਕਰਤਾ ਇਹਦੀ ਜਗ੍ਹਾ 'ਤੇ e ਦੀ ਮਾਈਨਸ ਐਸ ਐਕਸ ਅਲੱਗ ਕਰ ਲਿਆ e ਦੀ ਮਾਈਨਸ ਇਹਨਾਂ ਨੂੰ ਆਪਾਂ ਜਦੋਂ ਬ੍ਰੇਕ ਕਰਾਂਗੇ ਆ ਚੀਜ਼ ਬਣ ਜਾਏਗੀ। ਐਫ ਐਕਸ ਪਲੱਸ ਐਨ ਓਮੇਗਾ ਇਕੁਅਲਸ ਟੂ ਐਫ ਐਕਸ ਹੁੰਦਾ ਹੈ। ਐਫ ਐਕਸ ਆਪਾਂ ਲਿਖਿਆ n ਦੀ ਵੈਲਿਊ ਆਪਾਂ ਕੀ ਟੇਕ ਕੀਤੀ ਹੈ 0 ਟੇਕ ਕੀਤੀ ਹੈ e ਦੀ ਮਾਈਨਸ ਐਸ ਓਮੇਗਾ। ਹੁਣ ਆਪਾਂ ਇਹਦੀ ਜਿਹੜੀ ਐਕਸਪੈਂਸ਼ਨ ਹੁੰਦੀ ਆਪਾਂ ਇਹਨੂੰ ਖੋਲ੍ਹ ਦਾਂਗੇ। ਜਦੋਂ ਇਹਦੀ ਐਕਸਪੈਂਸ਼ਨ ਖੋਲ੍ਹੀ ਤਾਂ ਕੀ ਹੋਇਆ e ਦੀ ਮਾਈਨਸ ਐਨ ਐਸ ਓਮੇਗਾ 1 ਪਲੱਸ e ਦੀ ਐਸ ਓਮੇਗਾ ਪਲੱਸ e ਦੀ ਮਾਈਨਸ 2 ਐਸ ਓਮੇਗਾ ਐਂਡ ਸੋ ਔਨ। ਇਹਦੀ ਐਕਸਪੈਂਸ਼ਨ ਆਪਾਂ ਨੂੰ ਯਾਦ ਕਰਨੀ ਪਏਗੀ 1 ਅਪੋਨ e ਦੀ ਮਾਈਨਸ ਐਸ ਓਮੇਗਾ 0 ਟੂ ਇਨਫਿਨਿਟੀ ਐਰਰ ਬੰਦ ਕਰ ਲੈ